ਨਹੀਂ ਜੀ ਨਹੀਂ, ਲੋਕੀ ਕਹਿਣ ਗਰਦਾਰ ਹੈ ਲੇਕਿਨ ਮੈਂ ਨਸ਼ੀ ਮੰਨਿਆ। ਨਾਮ ਤੇ ਕਿਸੇ ਦਾ ਨਹੀਂ ਲਿੱਤਾ, ਇਸ਼ਾਰਾ ਹੀ ਦੇਈ ਜਾ ਰਿਹਾ ਹੈ, ਤੇਰੇ ਵਾਲਾ ਸਾਹਿਬ ਦਾ ਦੋਸਤ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਦੇਖੋ ਜੀ ਮੈਂ ਤੇ ਨਹੀਂ ਇਹ ਕਹਿ ਸਕਦਾ ਕਿ ਭਰਾ ਭਰਾ ਨੂੰ ਕਤਲ ਕਰ ਸਕਦਾ ਹੈ, ਲੇਕਿਨ ਸਾਰੀ ਦੁਨੀਆ ਸਮਝਦੀ ਮੈਂ ਤੇ ਨਹੀਂ ਨਾ ਐਸਨ ਸ਼ਾਹ ਨੂੰ ਕਹੀ ਜਾਵਾਂ। ਜਿੰਨਾ ਤੀਕਰ ਮੈਂ ਵੇਖਿਆ ਬਿਲਕੁਲ ਗਲਤ ਨਹੀਂ ਸੀ। ਇਹਨਾਂ ਨੇ ਬਲਾਏ ਭਲਵਾਨ ਨੂੰ ਬੜਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਲਾਹ ताला ਨੂੰ ਇੱਜ਼त देने वाला वो ऐसा बंदा ही नहीं सीगा। अस्सलाम वालेकुम नाज़रीन, मैं हूं एडी मलिक। और कुछ रोज़ पहले पुलिस हिरासत में एहसन शाह का कत्ल होता है और उसके बाद ये मामला किस तरफ जाता है कि पुलिस हिरासत में एहसन शाह को किस तरह से मार दिया गया। मारने वाले कौन थे, ये वाक़या सारा कुछ आपके सामने है। लेकिन मेरे साथ आज वो शख्सियत मौजूद है जो एहसन शाह और बलाज के बड़े करीबी और इनके बड़े उनके साथ ताल्लुकात थे, बड़े अच्छे गहरे दोस्ती थी इन दोनों के साथ। इनसे बात करते हैं कि क्या एहसन शाह ने अमीर बलाज के कत्ल में जो सहूलतकारी की थी उसमें कितनी सदाकत है, और अब जो एहसन शाह को मुबैना पुलिस मुकाबले में कत्ल कर दिया गया, इस पर ये क्या कहते हैं। भाई कैसे हैं आप, ठीक हैं? जी शुक्र अल्लाह का भाई। आप एहसन शाह के साथ भी रहे हैं, अमीर बलाज के साथ भी रहे हैं, तो किस तरह की ये इनकी दोनों की दोस्ती थी, अमीर की और एहसन शाह की? ਅੱਛੀ ਜੀ ਦੋਸਤੀ ਇਹਨਾਂ ਦੀ ਭਰਾਵਾਂ ਲਈ ਸੀ, ਸਕੇ ਭਰਾ ਬਣੇ ਸੀ, ਆਉਂਦੇ ਜਾਂਦੇ ਸੀ। ਇੱਥੋਂ ਜਦੋਂ ਮੈਂ ਇਹਨੂੰ ਰਾਤ ਨੂੰ ਇਹਨੇ ਮੈਨੂੰ ਫੋਨ ਕਰਨਾ, ਐਸਨ ਨੇ ਕਿਹਾ ਆਇਆ ਯਾਰ ਗੱਡੀ ਚਲਾ ਲੈ ਜਰਾ ਚੱਲੀਏ। ਗੱਡੀ ਚਲਾਣੀ, ਪਹਿਲੇ ਬਲਾਜ ਭਾਈ ਕੋਲ ਸਲਾਮ ਦੁਆ ਕਰਨੀ ਉਹਨੇ, ਫਿਰ ਅੱਗੇ ਨਿਕਲਣਾ ਜਾਂ ਬਹਿਣਾ, ਇਸ ਤਰ੍ਹਾਂ ਹੀ ਉਹ ਠੀਕ ਸੀ ਨਿਜ਼ਾਮ ਇਹਨਾਂ ਦਾ। ਇਕੱਠੇ ਹੀ ਬਹਿਣ ਉੱਠਣ ਸੀ, ਇਕੱਠੇ ਬਾਹਰ ਅੰਦਰ ਜਾਣ ਆਉਣ ਸੀ, ਸ਼ਾਦੀਆਂ 'ਤੇ ਇਕੱਠੇ, ਹਰ ਜਗ੍ਹਾ 'ਤੇ ਇਕੱਠੇ, ਕੋਈ ਐਸੀ ਗੱਲ ਨਹੀਂ ਸੀ ਸਮਝ ਆਈ। ਅੱਛਾ, ਜਦੋਂ ਪਤਾ ਚੱਲਿਆ ਸੀ ਕਿ ਐਹਸਨ ਸ਼ਾਹ ਨੇ ਅਮੀਰ ਬਲਾਜ ਦੇ ਕਤਲ ਦੇ ਵਿੱਚ ਸਹੂਲਤਕਾਰੀ ਕੀਤੀ ਹੈ ਔਰ ਲੱਖਾਂ ਕਰੋੜਾਂ ਰੁਪਏ ਉਹਨੇ ਵਸੂਲ ਕੀਤਾ ਹੈ, ਉਦੋਂ ਤੁਹਾਨੂੰ ਸੁਣ ਕੇ कैसा ਲੱਗਿਆ ਸੀ ਕਿ ਯਾਰ ਇਹ कैसा गद्दार शख्स पाया गया? ਨਹੀਂ ਜੀ ਨਹੀਂ, ਲੋਕੀ ਕਹਿਣ ਗਰਦਾਰ ਹੈ ਲੇਕਿਨ ਮੈਂ ਨਸ਼ੀ ਮੰਨਿਆ। ਦੇਖੋ ਮੈਂ ਵੇਖਿਆ ਇਹਨੂੰ, ਇਹਨੇ ਕਦੀ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਉਹਦੇ ਬੈਗ 'ਤੇ ਕੀਤੀ, ਪਿੱਛੋਂ ਕਿਸੇ ਦੀ ਬੁਰਾਈ ਨਹੀਂ ਕੀਤੀ ਬਲਾਜ ਭਾਈ ਦੀ ਕਦੀ ਇਹਨੇ। ਉਸ ਵਜ੍ਹਾ ਤੋਂ ਨਾ ਮੈਂ ਨਹੀਂ ਸਮਝਿਆ, ਮੈਂ ਕਿਹਾ ਯਾਰ ਪਤਾ ਨਹੀਂ ਕੋਈ ਮਾਜਰਾ ਹੋਰ ਨਾ ਨਿਕਲ ਆਏ। ਮੇਰੇ ਸਾਹਮਣੇ ਤੇ ਇੰਨੀਆਂ ਹਲਕਾ ਜਿਹਾ ਵੀ ਨਹੀਂ ਪਤਾ ਲੱਗਣ ਦਿੱਤਾ, ਤੇ ਉਹ ਫਿਰ ਫੜਿਆ ਗਿਆ। ਯਾਰ ਇਹੋ ਜਿਹੀਆਂ ਗੱਲਾਂ ਓਪਨ ਥੋੜੀਆਂ ਜਾਂ ਸਾਰਿਆਂ ਨਾਲ ਥੋੜੀਆਂ ਕੀਤੀਆਂ ਜਾਂਦੀਆਂ। ਦੇਖੋ ਸਾਰਾ ਇਹ ਵੀ ਗੱਲ ਸਹੀ ਕਹੀ ਜੇ, ਲੇਕਿਨ ਐਡਾ ਵੱਡਾ ਟਾਰਗੇਟ ਅਗਰ ਹੈ ਤੇ ਉਹ ਸਮਝ ਤੇ ਆਉਣੀ ਚਾਹੀਦੀ ਹੈ ਨਾ। ਅਸੀਂ ਵੀ ਆਖਰ ਦੁਨੀਆਦਾਰ ਹਾਂ, ਸਾਨੂੰ ਪਤਾ ਲੱਗਣਾ ਚਾਹੀਦਾ ਕਿ ਯਾਰ ਦੋਵੇਂ ਘਰ ਆਪਣੇ ਨੇ, ਅਗਰ ਇਹੋ ਜਿਹਾ ਕੋਈ ਮਸਲਾ ਹੈ ਤੇ ਇਹਨੂੰ ਸਮਝਾ ਦਈਏ ਇੱਕ ਨੂੰ ਕਿ ਯਾਰ ਦੇਖ ਕੋਈ ਸ਼ਰਮ ਕਰ ਨਾ ਕਰ, ਲੇਕਿਨ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਗਾ। ਹੁਣ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਐਹਸਨ ਸ਼ਾਹ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਕਤਲ ਕਰ ਦਿੱਤਾ ਤੇ ਉਹਦਾ ਇਲਜ਼ਾਮ ਐਹਸਨ ਸ਼ਾਹ ਦੇ ਹੀ ਭਰਾਵਾਂ ਤੇ ਲਗਾ ਦਿੱਤਾ ਹੈ, ਤੇ ਤੁਹਾਨੂੰ ਇਹ ਯਕੀਨ ਹੈ ਕਿ ਜੀ ਉਹਦੇ ਭਰਾ ਹੀ ਐਹਸਨ ਸ਼ਾਹ ਨੂੰ ਕਤਲ ਕਰਨਗੇ? ਦੇਖੋ ਜੀ ਮੈਂ ਤੇ ਨਹੀਂ ਇਹ ਕਹਿ ਸਕਦਾ ਕਿ ਭਰਾ ਭਰਾ ਨੂੰ ਕਤਲ ਕਰ ਸਕਦਾ ਹੈ, ਲੇਕਿਨ ਸਾਰੀ ਦੁਨੀਆ ਸਮਝਦਾਰ ਹੈ ਕਿ ਇੱਕ ਵਾਲਦਾ ਉਹ ਮੇਰੀ ਵੀ ਮਾਂ ਹੈ, ਉਹ ਜਾਂਦੇ ਨੇ, ਬੱਚੇ ਦੀ ਮੁਲਾਕਾਤ ਹੁੰਦੀ ਹੈ, ਉਹ ਵਾਪਸ ਆਉਂਦੇ ਨੇ, ਵਾਪਸ ਆ ਕੇ ਤੇ ਹਲਚਲ ਮਚਾਉਂਦੇ ਨੇ। ਇੱਕ ਵੈਸੇ ਸੋਚਣ ਵਾਲੀ ਗੱਲ ਹੈ ਨਾ, ਉਹ ਕਿਸੇ ਨਾਲ ਵੀ ਰਾਬਤਾ ਕਰਦੇ ਨੇ, ਕਿਸੇ ਨਾਲ ਕਰਦੇ ਨੇ ਕਿ ਯਾਰ ਉਹਨੂੰ ਕੱਢ ਲਿਆ ਜਾਂ ਤੇਰੇ ਪਿੱਛੇ ਲੱਗ ਕੇ ਉਹਨੇ ਕੀਤਾ ਜਾਂ ਕੋਈ ਮਸਲਾ ਇੰਝ ਕੀਤਾ। ਇਹ ਜਿਹੜੇ ਗੋਗੀ ਤੇ ਤੀਫੀ ਭੱਟ ਨੇ ਨਾ, ਇਹ ਮਸ਼ਹੂਰ ਰੂਫ ਕਬਜ਼ਾ ਮਾਫੀਆ ਜਨਮਨ ਕਾਰੀਗਰ ਆਦਮੀ ਨੇ। ਇਹਨਾਂ ਨੇ ਬਲਾਏ ਭਲਵਾਨ ਨੂੰ ਬੜਾ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਲਾਹ ਤਾਲਾ ਨੂੰ ਇੱਜ਼ਤ ਦੇਣ ਵਾਲਾ ਉਹ ਐਸਾ ਬੰਦਾ ਹੀ ਨਹੀਂ ਸੀਗਾ। ਸਖੀ ਬੰਦਾ ਹੈਗਾ ਸੀ, ਕੋਈ ਉਹਦੇ ਚ ਐਬੈਲ ਨਹੀਂ, ਉਹਨੂੰ ਜਿੱਧਰ ਮਰਜ਼ੀ ਦਰਵੇਸ਼ ਆਦਮੀ ਫਿਰ ਤੁਰਿਆ, ਉਹਨੂੰ ਕੋਈ ਨਹੀਂ ਐਡਾ ਕਿ ਉਹ ਜਿਸ ਤਰ੍ਹਾਂ ਦੁਨੀਆ ਆਰਟੀਫਿਸ਼ਲ ਲੈ ਕੇ ਤੇ ਜੇ ਉਹ ਫਿਰਦੀ, ਉਹਨੂੰ ਕੋਈ ਚੱਕਰ ਨਹੀਂ ਸੀਗਾ। ਹਾਜ਼ਰ ਨਾਜ਼ਰ ਸ਼ਾਦੀ ਵਿਆਹ ਤੇ ਜਾਂਦੇ ਸੀ, ਕਰੀਬੀ ਦੋਸਤ ਦੇ ਕਿ ਜਿਹਦੇ ਨਾਲ ਨਹੀਂ ਰਹਿ ਸਕਦਾ। ਇਹਦੀ ਵਜ੍ਹਾ ਤੋਂ ਹੀ ਸਾਰਾ ਕੋਈ ਸਿਸਟਮ ਦੀ ਸਮਝ ਨਹੀਂ ਲੱਗਣ ਦਿੱਤੀ। ਤੁਸੀਂ ਕਿਹਾ ਕਿ ਤੁਹਾਨੂੰ ਯਕੀਨ ਨਹੀਂ ਹੈ ਕਿ ਜੀ ਐਹਸਨ ਸ਼ਾਹ ਨੂੰ ਉਹਦੇ ਭਰਾ ਮਾਰ ਸਕਦੇ ਨੇ ਜਾਂ ਫਿਰ ਉਹਨਾਂ ਨੇ ਇਹੋ ਜਿਹਾ ਕੋਈ ਕਦਮ ਉਠਾਇਆ ਹੈ, ਤਾਂ ਫਿਰ ਕੌਣ ਹੋ ਸਕਦਾ ਕਿ ਜਿਹੜਾ ਉਹਨਾਂ ਨੂੰ ਮਾਰ ਸਕਦਾ? ਦੇਖੋ ਜੀ ਮਾਰ ਸਕਦਾ ਤੇ ਨਹੀਂ ਪਤਾ ਲੱਗਦਾ, ਮਰਵਾ ਸਕਦਾ ਜਿਹੜਾ ਉਹਦੀ ਸਮਝ ਲੱਗਦੀ ਹੈ। ਕੌਣ ਮਰਵਾ ਸਕਦਾ ਹੈ? ਉਹ ਗੋਗੀ ਤੀਫੀ ਭੱਟ ਜਿਹੜੇ ਨੇ ਨਾ, ਇਹ ਦੋਵੇਂ ਭਾਈ ਪੂਰੇ ਸਾਡੇ ਲਾਹੌਰ ਸ਼ਹਿਰ ਨੂੰ ਤਬਾਹ ਕਰਨ ਦੀ ਸੋਚੀ ਹੈ। ਇਹਨਾਂ ਦੀ ਨਿਗਾਹ ਕੈਸਰ ਭੱਟ ਸਾਹਿਬ ਤੇ ਮੇਰੇ ਭਾਈ ਨੇ ਵੱਡੇ, ਇਹਨਾਂ ਦੀ ਬਲਾਜ ਭਾਈ ਦੇ ਛੋਟੇ ਭਾਈ ਤੇ ਇਹਨਾਂ ਦੀ ਅੱਖ ਹੀ ਰਹਿਣੀ ਹੈ। ਇਹਨਾਂ ਦੀ ਕਦੀ ਅੱਖ ਨਹੀਂ ਪਰੇ ਹੋ ਸਕਦੀ, ਹਾਲਾਂਕਿ ਉਹ ਦੋਵੇਂ ਹੱਕ ਤੇ ਬੋਲ ਰਹੇ ਨੇ। ਕੈਸਰ ਭਾਈ ਵੀ ਹੱਕ ਤੇ ਬੋਲਦੇ ਪਏ ਨੇ ਕਿ ਬਿਲਕੁਲ ਜਿਹੜਾ ਗਲਤ ਹੈ ਗਲਤ ਹੈ, ਤੇ ਜਿਸ ਦਿਨ ਕੈਸਰ ਭਾਈ ਨੇ ਗੌਰ ਇਹਨਾਂ ਨਾਲ ਕਰ ਲਈ ਦਬਾ ਤੇ ਫਿਰ ਇਹ ਨੁਕਸਾਨ ਠਾਏਗਾ। ਇਹ ਅੱਛਾ, ਤੁਸੀਂ ਕਹਿ ਰਹੇ ਹੋ ਕਿ ਜੀ ਇਹ ਗੋਗੀ ਤੇ ਤੀਫੀ ਹੈਗੇ ਨੇ ਜਿਹੜੇ ਸਾਰਾ ਕੁਝ ਕਰ ਸਕਦੇ ਨੇ, ਤੇ ਲਾਹੌਰ ਦਾ ਜਿਹੜਾ ਸਕੂਨ ਹੈ ਉਹਨਾਂ ਨੇ ਖਰਾਬ ਕੀਤਾ ਹੈ, ਤੇ ਇਹਨਾਂ ਨੂੰ ਖਿਲਾਫ ਕਿਉਂ ਨਹੀਂ ਕਾਰਵਾਈ ਹੋ ਸਕਦੀ ਪਈ? ਦੇਖੋ ਇਹ ਤੇ ਸਾਡੀ ਪੰਜਾਬ ਪੁਲਿਸ ਨੇ ਕਰਨਾ ਹੈ। ਸਾਡੇ ਡੀਆਈਜੀ ਇਮਰਾਨ ਕਿਸ਼ੋਰ ਸਾਹਿਬ
ਉਹ ਇਨਸ਼ਾਅੱਲਾ ਕਰਨਗੇ। ਮੁਹੰਮਦ ਅਲੀ ਭੱਟ ਸਾਹਿਬ ਟੀਮ ਲੱਗੀ ਹੈ ਪੂਰੀ। ਜਿਹੜਾ ਜਿਹੜਾ ਕਰਪਟ ਬੰਦਾ ਹੈ ਉਹ ਇਨਸ਼ਾਅੱਲਾ ਹਿਰਾਸਤ 'ਚ ਹੋਏਗਾ। ਜਿਹੜਾ ਜਿਹੜਾ ਗਲਤ ਹੈ ਉਹ ਇਨਸ਼ਾਅੱਲਾ ਦੇਖੋ ਆਉਣ ਵਾਲੇ ਵਕਤ 'ਚ ਇਨਕਲੀਨ ਕਰ ਦੇਣਗੇ। ਅੱਛਾ ਸੁਲਤਾਨ ਭਾਈ, ਐਹਸਨ ਸ਼ਾਹ ਤਕਰੀਬਨ 6 ਮਹੀਨੇ ਜੇਲ੍ਹ ਵਿੱਚ ਰਿਹਾ ਹੈ ਤੇ ਤੁਸੀਂ ਕਦੀ ਉਹਦੇ ਨਾਲ ਮੁਲਾਕਾਤ ਲਈ ਗਏ ਹੋ? ਨਹੀਂ ਜੀ, ਜਾਂ ਬਲੱਡ ਰਿਲੇਸ਼ਨ ਮੁਲਾਕਾਤ ਸੀ, ਉਹ ਕਿਹਨੂੰ ਉਠਾਉਂਦੇ ਤੇ ਕਿਹਨੂੰ ਕਹਿੰਦੇ ਨਾਲ ਚੱਲ, ਕੋਈ ਰਾਜ ਵਾਧਾ ਘਾਟਾ ਉਹ ਹੀ ਕਰਵਾ ਦੇਣ ਉਹ ਕਰਵਾ ਦੇਣ। ਇਸ ਵਜ੍ਹਾ ਤੋਂ ਨਾ ਬਦਨਾਮੀ ਤੋਂ ਬੰਦੇ ਨੂੰ ਬਚਣਾ ਚਾਹੀਦਾ ਹੈ। ਮੁਲਾਕਾਤ ਕਰਕੇ ਕੀ ਕਰਨਾ ਸੀ ਮੈਂ। ਤੁਸੀਂ ਉਹਦੀ ਮਾਂ ਦੇ ਨਾਲ ਜ਼ਾਹਿਰੀ ਬਾਤ ਹੈ ਮੁਲਾਕਾਤ ਹੋਈ ਹੋਏਗੀ ਤੇ ਪਿਓ ਨਾਲ ਵੀ ਹੋਈ ਹੋਏਗੀ, ਤੇ ਉਹ ਕੀ ਕਹਿੰਦੇ ਸੀ? ਵਾਲਦ ਸਾਹਿਬ ਇਹਦੇ ਫੌਤ ਹੋਏ ਨੇ, ਉਹਨਾਂ ਨੂੰ 2 ਸਾਲ ਹੋਏ ਨੇ। ਵਾਲਦ ਸਾਹਿਬ ਇਹਦੇ ਫੌਤ ਹੋਏ ਨੇ, ਇਹਨੂੰ ਦਫਨਾਇਆ ਵੀ ਉਹਨਾਂ ਦੇ ਪੈਰਾਂ ਵਾਲੇ ਪਾਸੇ ਹੈ। ਤੇ ਵਾਲਦਾ ਜਿਹੜੀ ਹੈ ਉਹ ਤੇ ਵਿਚਾਰੇ ਉਂਝ ਹੀ ਵਡੇਰੀ ਹੈ। ਇਹਦੇ ਭਰਾ ਨਾਲ ਮੁਲਾਕਾਤ ਹੋਈ ਸੀ ਫੋਨ ਤੇ ਉਹ ਬਸ ਹਾਲ ਚਾਲ ਜੀ ਉਹ ਠੀਕ। ਪੁੱਛਿਆ ਨਹੀਂ ਸੀ ਕਿ ਇਹਨੇ ਕਿਉਂ ਇਹ ਕਦਮ ਚੁੱਕਿਆ ਸੀ, ਕਿਉਂ ਪੈਸੇ ਲੈ ਕੇ ਅਮੀਰ ਬਲਾਜ ਦਾ ਕਤਲ ਕਰਵਾਇਆ? ਕਸਮ ਚੁੱਕ ਗਿਆ ਭਾਈ ਜੀ, ਕਸਮ ਚੁੱਕ ਗਿਆ। ਉਹਨੂੰ ਕਿਹਾ ਕਿ ਯਾਰ ਇਹ ਦੇਖ ਕਿੰਨੀ ਥੂ ਥੂ ਕਰਾਤੀ ਇਹਨੇ। ਉਹਨੇ ਕਿਹਾ ਯਾਰ ਇਹਨੇ ਕੁਰਾਨ ਚੁੱਕ ਲਿਆ ਸਾਡੇ ਅੱਗੇ, ਕੋਈ ਐਸੀ ਗੱਲ ਨਹੀਂ। ਮੈਂ ਕਿਹਾ ਠੀਕ ਹੈ, ਅੱਲਾ ਦੀ ਕਿਤਾਬ ਹੈ ਪਾਕ, ਯਕੀਨ ਕਰਨਾ ਚਾਹੀਦਾ ਹੈ। ਫਿਰ ਕੁਝ ਰਿਕਾਰਡਿੰਗ ਕੁਝ ਸਮਝ ਨਹੀਂ ਲੱਗੀ, ਰਿਕਾਰਡਿੰਗ ਬਿਲਕੁਲ ਪੁਲਿਸ ਟਾਰਗੇਟ ਬਣਾ ਦਿੱਤੀ ਗਈ ਹੈ। ਇੱਥੋਂ ਇਹਦਾ ਨਾਲ ਨਾ ਸਾਰੀ ਜਿਹੜੀ ਜਿਹੜੀ ਇੱਕ ਆਡੀਓ ਰਿਕਾਰਡਿੰਗ ਜਿਹੜੀ ਵਾਇਰਲ ਹੋਈ ਹੈ ਉਹਦੇ ਮਰਨ ਤੋਂ 2-3 ਦਿਨ ਬਾਅਦ, ਉਸ ਆਡੀਓ ਦੇ ਵਿੱਚ ਜਿਹੜੀ ਉਹ ਪਲੈਨਿੰਗ ਬਣਾ ਰਿਹਾ ਸੀ, ਜਿਹੜੀ ਟੀਮ ਉਹਨੇ ਬਣਾਈ ਸੀ, ਉਹ ਕਿਹਦੇ ਵਾਸਤੇ ਬਣਾਈ ਸੀ ਤੇ ਕਿਹਨੂੰ ਉਹਨੇ ਆ ਕੇ ਬਾਹਰ ਆ ਕੇ ਮਾਰ ਕੇ ਤੇ ਤੋਹਫਾ ਦੇਣਾ ਸੀ? ਉਹਨੇ ਨਾਮ ਤੇ ਕਿਸੇ ਦਾ ਨਹੀਂ ਲਿੱਤਾ, ਇਸ਼ਾਰਾ ਹੀ ਦੇਈ ਜਾ ਰਿਹਾ ਹੈ ਤੇਰੇ ਵਾਲਦ ਸਾਹਿਬ ਦਾ ਦੋਸਤ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਤੁਹਾਨੂੰ ਦੱਸਿਆ ਪੰਜਾਬ ਪੁਲਿਸ ਨੂੰ ਟਾਰਗੇਟ ਬਣਾ ਰਿਹਾ ਹੈ। ਉਹਨੂੰ ਜਿਹਨੇ ਫੜਿਆ ਉਹਨੇ ਟਾਰਗੇਟ ਬਣਾਉਣਾ ਉਹਨੇ। ਸ਼ਕੀਲ ਭੱਟ ਨੂੰ ਮਾਰਨ ਦੀ ਉਹ ਪਲੈਨਿੰਗ ਕਰ ਰਿਹਾ ਸੀ। ਦੇਖੋ ਜੀ, ਭੱਟ ਸਾਹਿਬ ਨੇ ਇਨਸਾਫ ਕੀਤਾ ਹੈ ਤੇ ਇਹ ਬੁਰਾ ਕਰਨ ਤੁਰਿਆ ਹੈ ਕਿ ਜੀ ਮੈਂ ਇਹਨਾਂ ਨੂੰ ਰਸਤੇ ਤੋਂ ਹਟਾਵਾਂ, ਖਲਨਾਇਕ ਬਣਾ। ਅੱਲਾ ਦੀ ਲਾਠੀ ਬੇਬਾਦ ਹੈ। ਐਡਾ ਵੱਡਾ ਕਦਮ ਜੇ ਚੁੱਕਿਆ ਹੈ, ਉਹ ਨੇਕ ਪਾਕ ਬੰਦਾ ਮਰ ਗਿਆ ਬਲਾਜ ਭਲਵਾਨ। ਲੇਕਿਨ ਜੇ ਗੁਨਾਹਗਾਰ ਹੈ ਆਪਣੀ ਕਬਰ 'ਚ ਅਜ਼ਾਬ ਪਾਏਗਾ, ਜੇ ਨਹੀਂ ਤੇ ਅੱਲਾਹ ਤਾਲਾ ਦੀ ਕਬਰ 'ਚ ਠੰਡ ਪਾਵੇ। ਉਹ ਜਿਹੜੀ ਆਡੀਓ ਕਾਲ ਹੈਗੀ ਹੈ ਉਹ ਕਿੰਨੇ ਰਿਕਾਰਡ ਕੀਤੀ ਹੋਏਗੀ? ਦੇਖੋ ਜੀ, ਮੈਂ ਕੋਈ ਸਰਕਾਰੀ ਅਫਸਰ ਤੇ ਹੈ ਨਹੀਂ, ਵੈਸੇ ਕੀ ਲੱਗਦਾ ਹੈ ਜੀ? ਜਦੋਂ ਪਤਾ ਹੀ ਨਹੀਂ ਤਾਂ ਵੈਸੇ ਕੀ ਲੱਗੇਗਾ। ਕੁਝ ਲੋਕ ਕਹਿ ਰਹੇ ਨੇ ਕਿ ਉਹਦੀ ਬੀਵੀ ਨੇ ਕਾਲ ਰਿਕਾਰਡ ਕਰਕੇ ਆਪਣੇ ਪਿਓ ਨੂੰ ਸੁਣਾਈ ਸੀ ਤੇ ਉਹਨੇ ਅੱਗੇ ਫਿਰ ਪੁਲਿਸ ਤੱਕ ਪਹੁੰਚਾਈ। ਜ਼ਾਹਿਰ ਹੈ ਉਹਦਾ ਵਾਲਦ ਸਾਹਿਬ ਵੀ ਕਤਲ 'ਚ ਫਸਦਾ ਹੈ। ਜੇ ਕੋਈ ਰਾਜ ਟਾਰਗੇਟ ਹੁੰਦਾ ਹੈ, ਬੁੱਢੀ ਵੀ ਫਸਦੀ ਹੈ। ਆਪਣਾ ਤਫਜ਼ ਕਰਨ ਲਈ ਲੋਕੀ ਬਚਾ ਲੈਂਦੇ ਨੇ ਆਪਣਾ ਆਪ। ਉਹ ਕਿਹੜਾ ਉੱਥੋਂ ਜੱਦਿਓਂ ਲੈ ਕੇ ਆਇਆ ਸੀ ਅਰਸ਼ੀਆਂ ਨੂੰ, ਇੱਥੋਂ ਹੀ ਲਈ ਉਹਨੇ ਕਿਹੜਾ। ਇਹ ਅਰਸ਼ੀਆ ਕੌਣ ਹੈਗੀ ਸੀ ਤੇ ਕਿਵੇਂ ਇਹਦੀ ਉਹਦੇ ਨਾਲ ਤਾਲੁਕਾਤ ਹੋਏ, ਫਿਰ ਸ਼ਾਦੀ ਕਿਸ ਤਰ੍ਹਾਂ ਹੋਈ ਸੀ? ਇਹੀ ਕੈਫਿਆਂ ਤੋਂ, ਡਾਂਸ ਪਾਰਟੀਆਂ ਤੋਂ, ਇਹ ਸਾਰੇ ਇੱਧਰ ਚੱਲ ਜਾਓ ਦਰਬਾਰ ਤੋਂ ਪਰਲੇ ਪਾਸੇ ਤੇ ਮੇਰੇ ਪਾਰਟੀ ਬੁਆਏ ਨੇ ਸਾਰੇ। ਇਹ ਜਿਹੜੀ ਉਹਦੀ ਬੀਵੀ ਸੀ ਉਹ ਵੀ ਪਾਰਟੀਆਂ ਅਟੈਂਡ ਕਰਦੀ ਸੀ? ਹਾਂਜੀ, ਤੁਹਾਨੂੰ ਉਹੀ ਦੱਸਿਆ ਕਿ ਕਿਹੜਾ ਘਰੋਂ ਲੈ ਕੇ ਆਇਆ ਸੀ ਉਹਨੂੰ। ਪਾਰਟੀ ਤੇ ਬੜਾ ਅੱਛਾ ਡਾਂਸ ਕਰਦੀ ਸੀ। ਤੇ ਸ਼ਾਦੀ ਇਹਦੀ ਧੂਮਧਾਮ ਦੇ ਨਾਲ ਹੋਈ ਸੀ ਸਾਰੇ? ਤੁਸੀਂ ਗਏ ਸੀ ਸ਼ਾਦੀ ਦੇ ਵਿੱਚ? ਹਾਂਜੀ ਮੈਂ ਗਿਆ, ਬਲਾਜ ਭਲਵਾਨ ਵੀ ਗਿਆ, ਬਸ ਬਾਕੀ ਇਹਨਾਂ ਦੇ ਘਰ ਦੇ ਹੋਰ ਕੋਈ ਨਹੀਂ ਸੀਗਾ। ਬਲਾਜ ਭਾਈ ਨੇ ਸਾਰਾ A to Z ਖਰਚਾ ਵੀ ਕੀਤਾ ਕਿ ਯਾਰ ਮੇਰਾ ਯਾਰ ਹੈ, ਬੜਾ ਖੁਸ਼ ਹੋਇਆ। ਉਹਦੇ ਚਿਹਰੇ ਤੇ ਬੜੀ ਮੁਸਕਰਾਹਟ ਸੀ ਕਿ ਬੜਾ ਖੁਸ਼ੀਆਂ ਨਾਲ ਕਿ ਸਕੂਨ ਨਾਲ ਧੂਮਧਾਮ ਨਾਲ। ਇਹੀ ਗੱਲੋਂ ਤਾਂ ਮੈਂ ਕਹਿ ਰਿਹਾ ਕਿ ਸਮਝ ਨਹੀਂ ਲੱਗਦੀ ਕਿ ਇੱਕ ਬੰਦਾ ਇੱਕ ਬੰਦੇ ਨੂੰ ਭਾ ਕੇ ਵੀ ਲੈ ਜਾਂਦਾ ਹੈ। ਐਵੇਂ ਤੇ ਨਹੀਂ ਨਾ ਐਸਨ ਸ਼ਾਹ ਨੂੰ ਕਹੀ ਜਾਵਾਂ। ਜਿੰਨਾ ਤੀਕਰ ਮੈਂ ਵੇਖਿਆ ਬਿਲਕੁਲ ਗਲਤ ਨਹੀਂ ਸੀਗਾ। ਰਿਕਾਰਡਿੰਗ ਤੋਂ ਬਾਅਦ A to Z ਗਲਤ ਨਿਕਲ ਆਇਆ। ਫਿਰ ਹੁਣ ਕਿਸੇ ਦੇ ਦਿਲ 'ਚ ਕੀ ਹੈ? ਇਹਦੇ ਨਾਲ ਜਿਹੜੀਆਂ ਨੰਗੀਆਂ ਕੁੜੀਆਂ ਦੀ ਵੀਡੀਓ ਵਾਇਰਲ ਹੋਈਆਂ ਨੇ, ਮੈਨੂੰ ਤਾਂ ਨਹੀਂ ਸੀ ਪਤਾ। ਉਹ ਕੌਣ ਕੁੜੀਆਂ ਗਈਆਂ ਸੀ? ਮੈਂ ਤੁਹਾਨੂੰ ਪੁੱਛ ਰਿਹਾ, ਮੈਨੂੰ ਤਾਂ ਨਹੀਂ ਪਤਾ। ਤੇ ਬਾਹਰ ਆ ਮੈਨੂੰ ਗਈਆਂ ਕੀ ਨਾ। ਪਤਾ, ਦੋਸਤ ਤੇ ਤੁਸੀਂ ਹੈਗੇ ਨਾ। ਦੇਖੋ, ਜਿਹੜੇ ਦੋਸਤ ਨੇ ਕੁਝ ਦੱਸਣਾ ਹੀ ਨਹੀਂ ਤੇ ਉਹਦਾ ਫਿਰ ਮੈਂ ਕੀ ਕਰਦਾ। ਯਾਨੀ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕੋਲੋਂ ਉਹਨੇ ਲੁਕਾਈਆਂ ਸੀ। ਸਾਡੇ ਕੋਲ ਨਹੀਂ, ਦੁਨੀਆ ਤੋਂ ਲੁਕਾਈਆਂ ਸਨ। ਉਹ ਤੇ CI ਦਾ ਨੇਕੀ ਹੈ, CI ਦੀ। ਉਹਨਾਂ ਨੇ ਬਾਹਰ ਕੱਢ ਕੇ ਇਸ਼ਾਰਾ ਦਿੱਤਾ ਕਿ ਗੰਦਾ ਆਦਮੀ ਸੀ ਕੋਈ। ਇਹਦੇ ਨਾਲ ਜੋ ਹੋਇਆ ਠੀਕ ਹੋਇਆ ਜੀ? ਮੇਰਾ ਤਾਂ ਯਾਰ ਸੀ, ਮੈਂ ਤਾਂ ਕਦੀ ਵੀ ਨਾ ਕਵਾਂ। ਲੇਕਿਨ ਜੋ ਇਹਨੇ ਹਰਕਤ ਬਲਾਜ ਭਲਵਾਨ ਨਾਲ ਕੀਤੀ ਹੈ ਬਿਲਕੁਲ ਰਾਈਟ ਹੈ। ਜੋ ਵੀ ਹੋਇਆ ਹੈ, ਜੇ ਜਨਮਨ ਗੁਨਾਹਗਾਰ ਹੈ ਤੇ ਅੱਲਾਹ ਤਾਲਾ ਦੀ ਕਬਰ 'ਚ ਫੁੱਲ ਅਜ਼ਾਬ ਪਾਵੇ। ਜੇ ਇਹ ਬਿਲਕੁਲ ਬੇਗੁਨਾਹ ਹੈ ਤੇ ਅੱਲਾਹ ਤਾਲਾ ਮਾफ़ ਕਰੇ, ਅੱਲਾਹ ਤਾਲਾ ਦੀ ਕਬਰ 'ਚ ਠੰਡ ਪਾਵੇ। ਸਾਨੂੰ ਇਹ ਵੀ ਪਤਾ ਚੱਲਿਆ ਕਿ ਉਹਦੀ ਬੀਵੀ ਨੇ ਉਹਦੇ ਤਦਫੀਨ ਤੋਂ ਬਾਅਦ ਉਹਦੇ ਘਰੋਂ ਪੈਸੇ ਤੇ ਜ਼ੇਵਰ ਚੋਰੀ ਕਰਕੇ ਲੈ ਕੇ ਚਲਾ ਗਈ ਹੈ। ਨਹੀਂ, ਇਹਦੀ ਖਬਰ ਨਹੀਂ ਆਈ ਹੈ। ਤੁਸੀਂ ਰਾਵੀ ਰੋਡ ਥਾਣੇ ਜਾਓ, ਪਤਾ ਕਰ ਲਓ। ਜੇ ਖਬਰ ਆਂਦੀ ਹੈ ਤਾਂ ਤੁਹਾਨੂੰ ਅਪਡੇਟ ਹੁਣੇ ਦੇ ਦਿਆਂਗੇ।
ਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ, ਇੱਕ ਹੋਰ ਵੀ ਇਹਦੇ ਤੇ ਮੁਕੱਦਮਾ ਦਰਜ ਹੋਇਆ ਨਾ ਇਹਦੀ ਬੀਵੀ ਤੇ। ਨਹੀਂ ਜੀ ਨਹੀਂ, ਜੇ ਉਹ 'ਚ ਹੋਇਆ ਹੁੰਦਾ ਤੇ ਫਿਰ ਇੱਥੋਂ ਜੇਬਰ ਕਿਵੇਂ ਲੈ ਜਾਂਦੀ ਆ। ਹਾਲੇ ਕੋਈ ਚੱਕਰ ਨਹੀਂ ਹੈਗਾ। ਹੁਣ ਕੀ ਹੋਣਾ ਚਾਹੀਦਾ ਵੈਸੇ, ਤੁਸੀਂ ਸਮਝਦੇ ਹੋ ਕਿ ਜੀ ਅਮੀਰ ਬਲਾਜ ਨੂੰ ਇਨਸਾਫ ਮਿਲ ਗਿਆ? ਚੌਂਕ 'ਚ ਫਾਂਸੀ ਹੋਣੀ ਚਾਹੀਦੀ ਜਿਹੜਾ ਜਿਹੜਾ ਬਲਾਜ ਭਲਵਾਨ ਦੇ ਕਤਲ 'ਚ ਮੁਲੱਵਸ ਹੈ, ਕਿਉਂਕਿ ਇੱਕ ਬੰਦਾ ਮੈਂ ਅੱਖਾਂ ਨਾਲ ਵੇਖ ਰਿਹਾ ਐਸਾ ਹੈ ਹੀ ਨਹੀਂ। 5% ਬਦਮਾਸ਼ ਨਹੀਂ ਸੀਗਾ ਬਸ। ਕੌਣ ਬਦਮਾਸ਼ ਨਹੀਂ ਸੀ ਇਹਦਾ? ਬਲਾਜ ਭਲਵਾਨ ਬਦਮਾਸ਼ ਤੇ ਹੈ ਹੀ ਨਹੀਂ ਸੀ, ਨਾ ਡੋਨ ਸੀ, ਬਾਹਰ ਅੰਦਰ ਜਾਣਾ ਉਹਦੀ ਸੇਫਟੀ ਸੀ ਬਸ। ਫਿਰ ਉਹਨੂੰ ਮਾਰ ਕੇ ਕੀ ਫਾਇਦਾ ਹਾਸਲ ਹੋਇਆ ਹੈਗਾ? ਦੇਖੋ ਅੱਲਾਹ ਤਾਲਾ ਮੈਨੂੰ ਕਾਸ਼ DSP ਭਰਤੀ ਕਰਦਾ ਤੇ ਮੈਂ ਇਨਕੁਆਇਰੀ ਖੁਦ ਰੱਖਦਾ ਤੇ ਤੁਹਾਨੂੰ ਦੱਸਦਾ, ਕਿਉਂਕਿ ਮੈਨੂੰ ਜਿੰਨਾ ਕੁ ਸਮਝ ਆਈ ਮੈਂ ਉਹਨਾਂ ਕੁ ਤੁਹਾਨੂੰ ਦੱਸਤਾ ਹੈ। ਤੇ ਲਿਹਾਜ਼ਾ ਹੁਣ ਪੰਜਾਬ ਪੁਲਿਸ ਇਹਨਾਂ ਨੂੰ ਫੜੇਗੀ ਤੇ ਫਿਰ ਗੱਲਾਂ ਕੋ ਬਾਹਰ ਆਉਣਗੀਆਂ, ਫਿਰ ਕੁਝ ਸਮਝ ਆਉਣਗੀਆਂ। ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਇਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਇੱਥੇ ਲਿਆਏਗੀ? ਬਿਲਕੁਲ ਜੀ ਬਿਲਕੁਲ, ਮੈਰਿਟ ਤੇ ਪੁਲਿਸ ਸਿਸਟਮ ਬਿਲकुल ਮੈਰਿਟ ਤੇ। CI ਤੇ ਮੁਹੰਮਦ ਅਲੀ ਭੱਟ ਸਾਹਿਬ ਬਿਲकुल ਟੀਮ ਅੱਛੀ ਜਾ ਰਹੀ ਹੈ। ਚੌਧਰੀ ਲਿਆਸ ਗੁੱਜਰ ਹੈ, ਉਹ ਬੜੀ ਅੱਛੀ ਟੀਮ ਹੈ ਉਹਨਾਂ ਦੀ, ਭੱਟ ਸਾਹਿਬ ਦੀ, ਬੜਾ ਅੱਛਾ ਟਾਰਗੇਟ ਹੈਗਾ ਜੀ, ਕੋਈ ਗੱਲ ਨਹੀਂ। बहुत शुक्रिया सुल्तान भाई आपका।